बेटा अज असी किंगडम प्रोटिस्टा का पार्ट 2 डिस्कस करांगे। बायोलॉजी का चैप्टर है चैप्टर नंबर 2 बायोलॉजिकल क्लासीफिकेशन। पिछली वीडियो दे विच असी प्रोटिस्टा पार्ट 1 डिस्कस किया जिहदे विच असी क्राइसोफाइट ते डायनोफ्लैजलेट्स नूं डिस्कस कर चुके हैं। इहदे विच असी बाकी जिहड़े 3 रह गए ने उन्हां नूं डिस्कस करांगे। सो लैट्स गेट स्टार्टेड। ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਯੂਗਲਿਨੋਇਡਸ ਪ੍ਰੋਟਿਸਟਾ ਆਪਾਂ ਪੜ੍ਹ ਚੁੱਕੇ ਹਾਂ ਕਿ ਸਿੰਗਲ ਸੈਲਡ ਯੂਕੈਰੀਓਟਸ ਨੇ ਜਿਨ੍ਹਾਂ ਕੋਲ ਟਰੂ ਮੈਂਬਰੇਨ ਬਾਉਂਡ ਨਿਊਕਲੀਅਸ ਹੁੰਦਾ, ਆਰਗੇਨੇਲਿਜ਼ ਪ੍ਰੈਜ਼ੈਂਟ ਹੁੰਦੀਆਂ ਨੇ, DNA ਰੈਪ ਹੁੰਦਾ ਹਿਸਟੋਨ ਪ੍ਰੋਟੀਨਸ ਦੇ ਵਿੱਚ, ਜਿਹਨੂੰ 5 ਭਾਗ ਆਪਣੀ ਕਨਵੀਨੀਅੰਸ ਦੇ ਲਈ 5 ਭਾਗਾਂ 'ਚ ਇਹਨਾਂ ਨੂੰ ਵੰਡਿਆ ਸੀਗਾ। ਕ੍ਰਾਈਸੋਫਾਈਟ, ਡਾਇਨੋਫਲੈਜ਼ਲੇਟਸ, ਯੂਗਲਿਨੋਇਡਸ, ਸਲਾਈਮ ਮੋਲਡ, ਪ੍ਰੋਟੋਜ਼ੋਨਸ। ਹੁਣ ਇਸ ਦੇ ਵਿੱਚ ਅਸੀਂ ਸਿਰਫ 3 ਜਿਹੜੇ ਰਹਿ ਗਏ ਨੇ ਯੂਗਲਿਨੋਇਡ, ਸਲਾਈਮ ਮੋਲਡ ਤੇ ਪ੍ਰੋਟੋਜ਼ੋਆ, ਇਹਨਾਂ ਨੂੰ ਡਿਸਕਸ ਕਰਾਂਗੇ। ਇਹਦੇ ਵਿੱਚ ਯੂਗਲਿਨੋਇਡਸ ਦਾ ਦਿੱਤਾ ਹੋਇਆ ਸਭ ਤੋਂ ਪਹਿਲਾਂ ਯੂਗਲਿਨੋਇਡਸ ਨਾਮ ਤੋਂ ਕਲੀਅਰ ਹੋ ਜਾਂਦਾ ਇਹਦੇ ਵਿੱਚ ਕਿਹੜੇ ਇੰਕਲੂਡ ਹੁੰਦੇ ਆਰਗੇਨਿਜ਼ਮ ਯੂਗਲੀਨਾ। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਯੂਗਲਿਨੋਇਡਸ ਜਿਹੜੇ ਨੇ ਮੈਜੋਰਟੀ ਆਫ ਦੈਮ ਆਰ ਫਰੈਸ਼ ਵਾਟਰ। ਮੈਜੋਰਟੀ ਕੀ ਹੈ ਇਹ ਫਰੈਸ਼ ਵਾਟਰ ਆਰਗੇਨਿਜ਼ਮਸ ਨੇ। ਫਾਊਂਡ ਕਿੱਥੇ ਹੁੰਦੇ ਨੇ ਸਟੈਗਨੈਂਟ ਵਾਟਰ ਜਿਹੜਾ ਪਾਣੀ ਖੜਾ ਹੁੰਦਾ। ਫਰੈਸ਼ ਵਾਟਰ ਆਰਗੇਨਿਜ਼ਮਸ ਹੁੰਦੇ ਨੇ ਜਿੱਥੇ ਸਟੈਗਨੈਂਟ ਵਾਟਰ ਹੁੰਦਾ ਉੱਥੇ ਪਾਏ ਜਾਂਦੇ ਆ ਇਹ। ਇੰਸਟੈਡ ਆਫ ਸੈੱਲ ਵੋਲ, ਹੁਣ ਸਾਨੂੰ ਪਤਾ ਹੈ ਕਿ ਇੱਕ ਪਹਿਲਾਂ ਸੈੱਲ ਮੈਂਬਰੇਨ ਹੁੰਦੀ ਹੈ, ਸੈੱਲ ਮੈਂਬਰੇਨ ਦੇ ਬਾਹਰ ਇੱਕ ਹੋਰ ਲੇਅਰ ਹੁੰਦੀ ਹੈ ਜਿਹਨੂੰ ਸੈੱਲ ਵੋਲ ਕਹਿੰਦੇ ਆ। ਹੁਣ ਇਹਨਾਂ ਨੇ ਕਿਹਾ ਕਿ ਇੰਸਟੈਡ ਆਫ ਸੈੱਲ ਵੋਲ ਦੀ ਜਗ੍ਹਾ ਦੇ ਹੈਵ ਅ ਪ੍ਰੋਟੀਨ ਰਿਚ ਲੇਅਰ। ਇਹਨਾਂ ਕੋਲ ਇੱਕ ਪ੍ਰੋਟੀਨ ਰਿਚ ਲੇਅਰ ਹੁੰਦੀ ਹੈ ਜਿਹਦਾ ਨਾਮ ਹੈ ਪੈਲੀਕਲ। ਤੁਸੀਂ ਇਹ ਪੈਲੀਕਲ ਦਾ ਯਾਦ ਰੱਖ ਲੈਣਾ ਕਿ ਇਹਨਾਂ ਦੇ ਕੋਲ ਕਹਿੰਦੇ ਕਿ ਇੰਸਟੈਡ ਆਫ ਅ ਸੈੱਲ ਵੋਲ ਦੀ ਜਗ੍ਹਾ 'ਤੇ ਇਹਨਾਂ ਕੋਲ ਇੱਕ ਲੇਅਰ ਹੁੰਦੀ ਹੈ ਸੈੱਲ ਮੈਂਬਰੇਨ ਦੀ ਬਾਹਰਲੀ ਸਾਈਡ 'ਤੇ ਜਿਹਨੂੰ ਬੋਲਦੇ ਆ ਪੈਲੀਕਲ। ਕਲੀਅਰ? ਤੁਸੀਂ ਇਹ ਡਾਇਗਰਾਮ 'ਚ ਵੀ ਦੇਖ ਸਕਦੇ ਹੋ ਪੈਲੀਕਲ ਆ ਦਿਖਾਈ ਹੋਈ ਹੈ, ਆਹ ਵਾਲੀ ਲੇਅਰ ਪੈਲੀਕਲ ਵਿਚ ਮੇਕ ਦੇਅਰ ਬੋਡੀ ਫਲੈਕਸੀਬਲ। ਹੁਣ ਪੈਲੀਕਲ ਦਾ ਰੋਲ ਕੀ ਹੈ? ਬੋਡੀ ਨੂੰ ਫਲੈਕਸੀਬਲ ਬਣਾ ਦਿੰਦੀ ਹੈ ਇਹ। ਵਿਚ ਮੇਕ ਦੇਅਰ ਬੋਡੀ ਫਲੈਕਸੀਬਲ ਮਤਲਬ ਲਚਕੀਲਾ ਬਣਾ ਦਿੰਦੀ ਤਾਂ ਕਿ ਈਜ਼ੀਲੀ ਵਾਟਰ ਦੇ ਵਿੱਚ ਇਹ ਮੂਵ ਕਰ ਸਕੇ। ਕਲੀਅਰ? ਹੁਣ ਇਸ ਤੋਂ ਬਾਅਦ ਦੇ ਆਰ ਫੋਟੋਸਿੰਥੈਟਿਕ ਮਤਲਬ ਇਹ ਆਪਣਾ ਖਾਣਾ ਖੁਦ ਬਣਾ ਸਕਦੇ ਆ ਇਨ ਦੀ ਪ੍ਰੈਜ਼ੈਂਸ ਆਫ ਸਨਲਾਈਟ। ਜੇ ਤਾਂ ਇਹਨਾਂ ਨੂੰ ਪ੍ਰੋਪਰ ਸਨਲਾਈਟ ਮਿਲਦੀ ਆ ਤਾਂ ਇਹ ਫੋਟੋਸਿੰਥੈਟਿਕ ਹੋਣਗੇ, ਮਤਲਬ ਆਪਣਾ ਖਾਣਾ ਖੁਦ ਬਣਾ ਸਕਦੇ ਆ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ। ਵੈਨ ਡਿਪਰਾਈਵਡ ਆਫ ਸਨਲਾਈਟ, ਜਦੋਂ ਸਨਲਾਈਟ ਨਹੀਂ ਮਿਲਦੀ ਇਹਨਾਂ ਨੂੰ, ਦੇ ਬਿਹੇਵ ਲਾਈਕ ਹੈਟਰੋਟ੍ਰੋਪਸ ਉਹ ਹੁੰਦੇ ਜਿਹੜਾ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ, ਜਿਨ੍ਹਾਂ ਨੂੰ ਦੂਸਰੇ ਆਰਗੇਨਿਜ਼ਮ 'ਤੇ ਡਿਪੈਂਡ ਹੋਣਾ ਪੈਂਦਾ ਆਪਣੇ ਫੂਡ ਦੇ ਲਈ। ਕਲੀਅਰ? ਜੇ ਤਾਂ ਇਹਨਾਂ ਨੂੰ ਸਨਲਾਈਟ ਪ੍ਰੋਪਰ ਮਿਲ ਰਹੀ ਹੈ ਤਾਂ ਫੋਟੋਸਿੰਥੈਟਿਕ ਹੋਣਗੇ, ਜੇ ਸਨਲਾਈਟ ਨਹੀਂ ਮਿਲਦੀ ਤਾਂ ਇਹ ਹੈਟਰੋਟ੍ਰੋਫ ਦੀ ਤਰ੍ਹਾਂ ਬਿਹੇਵ ਕਰਨਗੇ। ਬਾਈ ਪ੍ਰੀਡੇਟਿੰਗ ਔਨ ਅਦਰ ਸਮਾਲਰ ਆਰਗੇਨਿਜ਼ਮ, ਹੈਟਰੋਟ੍ਰੋਫ ਹੋਣਗੇ ਅਤੇ ਫਿਰ ਖਾਣਾ ਕਿਸ ਤਰ੍ਹਾਂ ਲੈਣਗੇ? ਪ੍ਰੀਡੇਟਰ ਦੀ ਤਰ੍ਹਾਂ। ਪ੍ਰੀਡੇਟਰ ਪ੍ਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਪ੍ਰੇ ਕਿਹੜਾ ਹੁੰਦਾ, ਪ੍ਰੀਡੇਟਰ ਕਿਹੜਾ ਹੁੰਦਾ। ਕਲੀਅਰ? ਇੰਟਰਸਟਿੰਗਲੀ ਦ ਪਿਗਮੈਂਟ ਆਫ ਯੂਗਲਿਨੋਇਡਸ ਆਰ ਆਇਡੈਂਟੀਕਲ। ਇਹਨਾਂ ਨੇ ਕਿਹਾ ਕਿ ਜਿਹੜੇ ਪਿਗਮੈਂਟਸ ਨੇ ਯੂਗਲਿਨੋਇਡਸ ਦੇ ਉਹ ਆਇਡੈਂਟੀਕਲ ਹੁੰਦੇ ਆ ਕਿਹਨਾਂ ਦੇ ਨਾਲ? ਟੂ ਡੋਜ਼ ਪ੍ਰੈਜ਼ੈਂਟ ਇਨ ਹਾਈਅਰ ਪਲਾਂਟਸ। ਜਿਹੜੇ ਹਾਈਅਰ ਪਲਾਂਟਸ ਦੇ ਵਿੱਚ ਜਿਹੜੇ ਪਿਗਮੈਂਟ ਪ੍ਰੈਜ਼ੈਂਟ ਹੁੰਦੇ ਆ ਉਹੀ ਯੂਗਲਿਨੋਇਡ ਵਾਲੇ ਆਰਗੇਨਿਜ਼ਮ ਦੇ ਵਿੱਚ ਦੇਖੇ ਜਾਂਦੇ ਆ। ਹੁਣ ਇਹਦੀ ਐਗਜ਼ਾਮਪਲ ਦਿੱਤੀ ਹੈ ਯੂਗਲੀਨਾ। ਕਲੀਅਰ? ਇਹ ਤੁਸੀਂ ਡਾਇਗਰਾਮ ਵੀ ਦੇਖ ਲੈਣੀ ਹੈ, ਯੂਗਲੀਨਾ ਦੀ ਡਾਇਗਰਾਮ ਦਿੱਤੀ ਹੋਈ ਹੈ ਇਹਨਾਂ ਨੇ। ਇਹਦੇ ਵਿੱਚ ਦੇਖੋ ਹੁਣ ਇੰਪੋਰਟੈਂਟ ਪੁਆਇੰਟ ਕੀ ਦਿੱਤੇ? ਫਰੈਸ਼ ਵਾਟਰ ਆਰਗੇਨਿਜ਼ਮ ਨੇ, ਪਾਏ ਜਾਂਦੇ ਸਟੈਗਨੈਂਟ ਵਾਟਰ 'ਤੇ। ਸੈੱਲ ਵੋਲ ਦੀ ਜਗ੍ਹਾ 'ਤੇ ਇਹਨਾਂ ਕੋਲ ਪ੍ਰੋਟੀਨ ਰਿਚ ਲੇਅਰ ਹੁੰਦੀ ਜਿਹਦਾ ਨਾਮ ਹੈ ਪੈਲੀਕਲ ਵਿਚ ਮੇਕ ਦੇਅਰ ਬੋਡੀ ਫਲੈਕਸੀਬਲ। ਫਿਰ ਫੋਟੋਸਿੰਥੈਟਿਕ ਹੁੰਦੇ ਜੇ ਇਹਨਾਂ ਨੂੰ ਸਨਲਾਈਟ ਮਿਲਦੀ ਹੈ, ਜੇ ਸਨਲਾਈਟ ਨਹੀਂ ਹੁੰਦੀ ਤਾਂ ਹੈਟਰੋਟ੍ਰੋਫ ਪ੍ਰੀਡੇਟਰ ਦੀ ਤਰ੍ਹਾਂ ਐਕਟ ਕਰਦੇ ਆ। ਇਹ ਸੀ ਯੂਗਲਿਨੋਇਡਸ ਦਾ। ਹੁਣ ਆ ਗਿਆ ਸਲਾਈਮ ਮੋਲਡ। ਸਲਾਈਮ ਮੋਲਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਲਾਈਮ ਮੋਲਡ ਆਰ ਸੈਪਰੋਫਿਟਿਕ ਪ੍ਰੋਟਿਸਟ। ਸੈਪਰੋਫਿਟਿਕ ਹੁੰਦੇ, ਜੇ ਸੈਪਰੋਫਿਟਿਕ ਉਹ ਆਰਗੇਨਿਜ਼ਮ ਹੁੰਦੇ ਜਿਹੜਾ ਡੈਡ ਜਾਂ ਡਿਕੇ ਆਰਗੈਨਿਕ ਮੈਟਰ 'ਤੇ ਤੋਂ ਆਪਣਾ ਫੂਡ ਲੈਂਦੇ ਨੇ। ਫਿਰ ਇਹ ਸਲਾਈਮ ਮੋਲਡ ਕੀ ਹੈ? ਜਿਹੜੇ ਚੀਜ਼ ਗਲ ਜਾਂਦੀ ਹੈ, ਸੜ ਜਾਂਦੀ ਹੈ, ਉਹਦੇ ਤੋਂ ਆਪਣਾ ਭੋਜਨ ਲੈਂਦੇ ਨੇ। ਇਸ ਕਰਕੇ ਇਹਨਾਂ ਨੇ ਨਾਮ ਦਿੱਤਾ ਇਹਨਾਂ ਨੂੰ ਸੈਪਰੋਫਿਟਿਕ ਪ੍ਰੋਟਿਸਟ ਨੇ। ਦ ਬੋਡੀ ਮੂਵਸ ਅਲੋਂਗ ਡਿਕੇਇੰਗ ਟਵਿਗਸ। ਜਿਹੜੀ ਬੋਡੀ ਹੈ ਇਹਨਾਂ ਦੀ ਸਲਾਈਮ ਮੋਲਡ ਆਰਗੇਨਿਜ਼ਮ ਦੀ ਬੋਡੀ ਆ, ਮੂਵ ਕਰਦੀ ਹੈ ਡਿਕੇਇੰਗ ਟਵਿਗਸ ਹੁੰਦੀਆਂ ਜਿਹੜੀਆਂ ਟਾਹਣੀਆਂ ਵਗੈਰਾ ਹੁੰਦੀਆਂ, ਟਵਿਗਸ ਅਤੇ ਲੀਵਸ ਜਿਹੜੇ ਪੇੜ ਤੋਂ ਅਲੱਗ ਹੋ ਗਈਆਂ ਉਹ ਟਾਹਣੀਆਂ, ਉਹ ਪੱਤੇ ਜਿਹੜੇ ਗਲਦੇ ਪਏ ਆ, ਸੜਦੇ ਪਏ ਆ, ਉਹਨਾਂ ਨੂੰ ਐਨਗਲਫ ਕਰਦੇ ਆ, ਨਿਗਲਦੇ ਨੇ ਇਹ। ਫਿਰ ਉਹ ਆਰਗੈਨਿਕ ਮੈਟਰ ਕਲੈਕਟ ਕਰਦੇ ਉਹਦੇ ਤੋਂ। ਜਿਹੜੀ ਚੀਜ਼ ਗਲ ਰਹੀ ਹੈ, ਸੜ ਰਹੀ ਹੈ, ਉਹਦੇ ਤੋਂ ਹੀ ਫੂਡ ਲੈਂਦੇ, ਤਾਂ ਹੀ ਆਪਾਂ ਸੈਪਰੋਫਿਟਿਕ ਕਹਿੰਦੇ ਹਾਂ। ਫਿਰ ਜਿਹੜੇ ਵੀ ਪਲਾਂਟਸ ਹੋ ਗਏ ਉਹਨਾਂ ਦੀ ਟਵਿਗਸ ਹੋ ਗਈਆਂ, ਲੀਵਸ ਹੋ ਗਈਆਂ ਜਿਹੜੀਆਂ ਗਲਦੀਆਂ ਪਈਆਂ, ਉੱਥੇ ਇਹ ਗਰੋ ਕਰਨਾ ਸ਼ੁਰੂ ਕਰਦੇ ਆ ਅੰਡਰ ਸੁਟੇਬਲ ਕੰਡੀਸ਼ਨ। ਜਦੋਂ ਇਹਨਾਂ ਨੂੰ ਕੰਡੀਸ਼ਨ ਪ੍ਰੋਪਰ ਮਿਲਦੀਆਂ ਜਿੱਦਾਂ ਦੀਆਂ ਇਹਨਾਂ ਨੂੰ ਚਾਹੀਦੀਆਂ ਗਰੋ ਕਰਨ ਦੇ ਲਈ, ਦੇ ਫੋਰਮ ਐਨ ਐਗਰੀਗੇਸ਼ਨ
ਇੱਕ ਐਗਰੀਗੇਸ਼ਨ ਬਣਾ ਦਿੰਦੇ ਜਿਹਨੂੰ ਆਪਾਂ ਪਲਾਜ਼ਮੋਡੀਅਮ ਕਹਿੰਦੇ ਆ। सूटेबल कंडीशन ते एक एग्रीगेशन बना देंगे, मतलब एक जगह ते इकट्ठे हो जाते हैं ये, जिन्हों प्लाज्मोडियम कहते हैं। हुण जी डायग्राम दिख रही है येलो कलर की, ये स्लाइम मोल्ड की एक जगह ते इकट्ठे होए पे आ, सारी दिख रही है ना राइट साइड ते ये येलो कलर की सारा की प्लाज्मोडियम है। इन्होंने इस तरह ग्रो करी जाना जो इन्होंने सूटेबल कंडीशनस मिलदियां ने, विच मे ग्रो एंड स्प्रैड ओवर सैवरल फीट, फिर सैवरल फीट तक ये ग्रो कर सकते हैं जिन्होंने प्रॉपर जिदा दी इन्होंने कंडीशन चाहिए सूटेबल कंडीशन मिलदियां तो ग्रो करनगे तो प्लाज्मोडियम बना देंगे। प्लाज्मोडियम की होंदी है भी ये एग्रीगेट कर जाते एक जगह ते इकट्ठे हो जाते हैं, वो वाली स्ट्रक्चर को बोल देंगे प्लाज्मोडियम। फिर जो अनफेवरेबल कंडीशनस ने, अनफेवरेबल जी इन्हों फेवर नहीं करती इन्हों की ग्रोथ में, उस टाइम पर की होंदा द कंडीशन द प्लाज्मोडियम जोड़ा होंदा वो डिफरेंशिएट हो जाता एंड फॉर्म फ्रूटिंग बॉडी, और फिर फ्रूटिंग बॉडीज़ बनानिया शुरू कर देंदा। फ्रूटिंग बॉडीज़ है जिन्होंने स्पोर्स कहते हैं। एट देयर टिप, इन्हों के टिप ते जो प्लाज्मोडियम बनिया इन्हों के टिप ते छोटे छोटे स्पोर्स जे टाइप की स्ट्रक्चर बन जाती है जी इन्हों अनफेवरेबल कंडीशन के सर्वाइव करने के हैल्प करती है। ठीक है, वो स्पोर्स किस तरह हैल्प करती है क्योंकि उन्होंने जी स्पोर की आउटर लेयर आ वो की है वॉल, टफ वॉल की बनी होंगी है। दे आर एक्सट्रीमली रजिस्टेंट, जी वॉल बनी है वो एक्सट्रीमली रजिस्टेंट होंगी है तो सर्वाइव कर जाती है काफ़ी सालों तक। क्लीयर है। ईवन अंडर एडवर्स कंडीशन द स्पोर आर डिस्पर्स्ड बाय एयर करंट, फिर एयर हवा वगैरह चलती है स्पोर की एक जगह तो दूसरी जगह पर मूव करते रहते हैं। स्लाइम मोल्ड का क्लीयर होया। स्लाइम मोल्ड की है सैप्रोफिटिक प्रोटिस्ट ने, बॉडी मूव अलॉन्ग डिकेइंग ट्विग्स एंड लीव्स एनगल्फिंग ऑर्गेनिक मैटर, मतलब जो गल गए सड़ गए टाहनियां होंदियां पत्ते होंदे उन्होंने तो अपना भोजन लेंदे हैं। जो सूटेबल कंडीशनस होंदियां ने तो एग्रीगेट करके प्लाज्मोडियम बना देंगे तो वो जो प्लाज्मोडियम ग्रो करता रहिंदा तो काफ़ी सैवरल फीट तक ये फैल सकता। जो अनफेवरेबल कंडीशनस होंदियां फिर प्लाज्मोडियम जो डिफरेंशिएट कर जाता एक होर स्ट्रक्चर के जिन्होंने फ्रूटिंग बॉडी स्पोर्स का नाम दिता। हुण इन्होंने कहा कि स्पोर्स की है एक वॉल पोजेस करते हैं और रजिस्टेंट होंगी है एडवर्स कंडीशन के लिए तो ये सर्वाइव कर सकते काफ़ी सालों तक उन्होंने स्पोर्स से करके। क्लीयर। स्लाइम मोल्ड की डायग्राम इधर राइट साइड से दिखाई हुई है। थर्ड है प्रोटोजोन्स। प्रोटोजोन्स दिते इन्होंने। प्रोटोजोन्स ऑल प्रोटोजोन्स आर हेट्रोट्रोफ, ये की होंगे ने हेट्रोट्रोफ्स होंगे ने जिन्ने भी ने सारे प्रोटोजन हेट्रोट्रोफ होंगे एंड लिव एज प्रीडेटर और पैरासाइट। तुहानू प्रीडेटर तो पैरासाइट का फर्क पता होना चाहिए। प्रीडेटर तो पैरासाइट, पैरासाइट वो होंगे जिहड़े किसी की बॉडी के उत्ते रहिंदे आ, होस्ट तो पैरासाइट का फर्क पता होना चाहिए। प्रे प्रीडेटर होंदा, पैरासाइट किसी ऑर्गेनिज्म के जां तां उहदे उत्ते रहिंदे हुंदे जां उहदे अंदर रहिंदे हुंदे आ। एक्टो पैरासाइट भी हो सकते, एंडो पैरासाइट भी हो सकते। एंडो पैरासाइट आपां उदों यूज़ करते हैं जदों कोई ऑर्गेनिज्म किसी दूसरे ऑर्गेनिज्म के अंदर रहिंदा हुंदा, उहदे तो ही अपना सारा फूड लैंदा, इस करके उन्होंने एंडो बोल देंगे। एक्टो मतलब वो सरफेस के उत्ते रहिंदा हुंदा। क्लीयर है। प्रीडेटर प्रे दे विच जे आपां देखिए लीजर्ड ते कॉकरोच की एग्जाम्पल लईए, लीजर्ड की है कॉकरोच खा लैंदी है, उहदे विच प्रीडेटर कौन है लीजर्ड, कॉकरोच की है प्रे। क्लीयर है। शेर हिरन नूं खा लैंदा है, शेर की है प्रीडेटर, हिरन प्रे है। प्रीडेटर क्लीयर होया। प्रे प्रीडेटर। पैरासाइट ते होस्ट का की हुंदा, होस्ट ऑर्गेनिज्म जिहदे उत्ते कोई होर ऑर्गेनिज्म रह रहा। हुण जिवें जे आपां ह्यूमन बींग्स की एग्जाम्पल लईए, ह्यूमन बींग्स के उत्ते सिर दे विच टिक्स आ जांदियां, छोटी छोटियां जूआं जे कई वाले बालां दे विच आ जांदियां, तो जिहड़ियां जूआं हो गईयां उन्हां नूं आपां बोलांगे पैरासाइट, ह्यूमन बॉडी की होगी होस्ट। इस तरह जानवरों के विच भी छोटी छोटी टिक्स देखने को मिलदियां पैरासाइट की तरह एक्ट करती तो सरफेस से होंगी, इस करके एक्टो पैरासाइट होंगे। कुछ ऑर्गेनिज्म इदा के होंगे जिन्हों के अंदर पाए जाते हैं ऑर्गेनिज्म, तो जोड़े अंदर ऑर्गेनिज्म होंगे वो बॉडी के अंदरों ही खाना लेंदे ने, तो फिर उन्होंने एंडो पैरासाइट कहते हैं। दे आर बिलीव टू बी प्रीमिटिव रिलेटिव्स ऑफ एनीमल। हुण इन्होंने कहा कि जोड़े ये प्रोटोजोन्स ने इन्होंने बिलीव किया जाता है कि ये रिलेटिव किहदे ने एनीमल्स के। There are four major groups of protozoans according to mode of locomotion. लोकोमोशन के अकॉर्डिंग भी किस तरह मूव करते हैं वो अकॉर्डिंग इन्होंने 4 ग्रुप्स के विच वंडिया होया। वन बाय वन डिस्कस करते हैं हर एक ग्रुप में। सब तो पहला है अमीबॉयड प्रोटोजोन्स। अमीबॉयड प्रोटोजोन्स दिते हुए ने
दीज ऑर्गेनिज्म लिव इन फ्रैश वाटर, ਜਿਹੜੇ ਅਮੀਬੋਇਡ ਪ੍ਰੋਟੋਜ਼ਨਸ ਨੇ फ्रैश वाटर ਵਿੱਚ ਰਹਿ ਸਕਦੇ ਨੇ, ਸੀ ਵਾਟਰ 'ਚ ਰਹਿ ਸਕਦੇ ਨੇ ਜਾਂ ਮੋਇਸਚਰ ਸੋਇਲ ਦੇ ਵਿੱਚ ਇੱਥੇ ਪਾਏ ਜਾਂਦੇ ਜਾਨੀ ਅਮੀਬੋਇਡ। ਨਾਮ ਤੋਂ ਕਲੀਅਰ ਹੋ ਜਾਂਦਾ ਅਮੀਬੋਇਡ ਪ੍ਰੋਟੋਜ਼ਨਸ ਮਤਲਬ ਅਮੀਬਾ ਇਹਦੇ ਵਿੱਚ ਹੋਊਗਾ। ਇਹਦੀ ਐਗਜ਼ਾਮਪਲ ਕੀ ਹੈ ਅਮੀਬਾ। ਅਮੀਬਾ ਸਭ ਨੇ ਦੇਖਿਆ, ਡਾਇਗਰਾਮ ਵੀ ਦਿੱਤੀ ਹੋਈ ਹੈ ਇਹਨਾਂ ਨੇ ਅਮੀਬਾ ਦੀ। ਦੇ ਮੂਵ ਐਂਡ ਕੈਪਚਰ देयर प्रे, ਇਹਨਾਂ ਨੇ ਕਿਹਾ ਕਿ ਜਿਹੜਾ ਪ੍ਰੇ ਹੈ ਉਹਨੂੰ ਕੈਪਚਰ ਕਿਸ ਤਰ੍ਹਾਂ ਕਰਦੇ ਆ ਬਾਈ ਪੁਟਿੰਗ ਆਊਟ ਸੂਡੋਪੋਡੀਆ। ਸੂਡੋਪੋਡੀਆ ਜਾਂ ਇਹਨਾਂ ਨੂੰ ਫਾਲਸ ਫੀਟ ਵੀ ਕਹਿ ਦਿੰਦੇ ਆ। ਆ ਜਿਹੜੀ ਦਿਖ ਰਹੀ ਹੈ ਇਹ ਸੂਡੋਪੋਡਸ ਨੇ, ਆ ਜਿੰਨੀਆਂ ਵੀ ਆ ਵੀ ਸੂਡੋਪੋਡ ਹੈ, ਇਹ ਵੀ ਸੂਡੋਪੋਡ ਹੈ। ਜਿਹੜੀਆਂ ਵੀ ਆਊਟਗਰੋਥ ਜਿਹੜੀਆਂ ਇਹਨਾਂ ਦੀ ਬੋਡੀ ਤੋਂ ਅਲੱਗ ਦਿਖ ਰਹੀਆਂ ਨੇ ਉਹ ਸਾਰੇ ਸੂਡੋਪੋਡਸ ਨੇ। ਮੇਰਾਈਨ ਫਾਰਮ ਹੈਵ ਸਿਲਿਕਾ ਸ਼ੈਲਸ, ਜਿਹੜੇ ਮੇਰਾਈਨ ਵਾਲੇ ਹੁੰਦੇ ਆ ਜਿਹੜੇ ਮਤਲਬ ਸਮੁੰਦਰੀ ਇਲਾਕੇ ਦੇ ਵਿੱਚ ਰਹਿੰਦੇ ਆ, ਸਮੁੰਦਰੀ ਪਾਣੀ ਦੇ ਵਿੱਚ ਰਹਿੰਦੇ, ਉਹਨਾਂ ਕੋਲ ਸਿਲਿਕਾ ਸ਼ੈਲਸ ਹੁੰਦੀਆਂ ਸਰਫੇਸ 'ਤੇ। ਸਮ ਆਫ ਦੈਮ ਸਚ ਐਜ਼ ਅਮੀਬਾ ਆਰ ਪੈਰਾਸਾਈਟ, ਕੁਛ ਪੈਰਾਸਾਈਟ ਹੁੰਦੇ ਆ। ਫਲੈਜ਼ੇਲੇਟਿਡ ਪ੍ਰੋਟੋਜ਼ੋਨਸ, ਫਲੈਜ਼ੇਲੇਟਿਡ ਪ੍ਰੋਟੋਜ਼ੋਨ ਨਾਮ ਤੋਂ ਕਲੀਅਰ ਹੋ ਜਾਊਗਾ ਜਿਹੜੇ ਪ੍ਰੋਟੋਜ਼ੋਨ ਕੋ ਫਲੈਜ਼ੇਲਾ ਹੋਊਗਾ। ਦ ਮੈਂਬਰ ਆਫ ਦਿਸ ਗਰੁੱਪ ਆਰ ਆਈਦਰ ਫ੍ਰੀ ਲਿਵਿੰਗ, ਜਾਂ ਤਾਂ ਫ੍ਰੀ ਲਿਵਿੰਗ ਹੋਣਗੇ ਜਾਂ ਪੈਰਾਸਿਟਿਕ ਹੋਣਗੇ। ਕਲੀਅਰ ਆ ਵੀ ਜਿਹੜੇ ਫਲੈਜੇਲੇਟਿਡ ਪ੍ਰੋਟੋਜ਼ੋਨਸ ਨੇ ਉਹਦੇ ਕੁਝ ਮੈਂਬਰ ਜਾਂ ਤਾਂ ਫ੍ਰੀ ਲਿਵਿੰਗ ਹੋਣਗੇ ਵੀ ਇਕੱਲੇ ਹੀ ਰਹਿ ਸਕਦੇ ਨੇ, ਜਾਂ ਫਿਰ ਪੈਰਾਸਿਟਿਕ ਹੁੰਦੇ ਆ ਜਾਂ ਕਿਸੇ ਹੋਸਟ ਦੇ ਨਾਲ ਰਹਿੰਦੇ ਆ। ਦੇ ਹੈਵ ਫਲੈਜ਼ੇਲਾ, ਇਹਨਾਂ ਕੋਲ ਫਲੈਜ਼ੇਲਾ ਹੁੰਦਾ। ਫਲੈਜ਼ੇਲਾ ਕਦ ਲਈ ਹੁੰਦਾ? ਆਫਕੋਰਸ ਲੋਕੋਮੋਸ਼ਨ ਦੇ ਲਈ, ਮੂਵਮੈਂਟ ਦੇ ਲਈ। ਦ ਪੈਰਾਸਿਟਿਕ ਫਾਰਮ ਕੋਜ਼ਿਜ਼ ਡਿਜ਼ੀਜ਼ਿਜ਼, ਜਿਹੜੀ ਪੈਰਾਸਿਟਿਕ ਫਾਰਮ ਆ ਉਹਦੇ ਨਾਲ ਡਿਜ਼ੀਜ਼ਿਜ਼ ਹੁੰਦੀਆਂ ਸੱਚ ਐਜ਼ ਸਲੀਪਿੰਗ ਸਿਕਨੈਸ। ਸਲੀਪਿੰਗ ਸਿਕਨੈਸ ਡਿਜ਼ੀਜ਼ ਹੋ ਜਾਂਦੀ ਹੈ। ਕੋਈ ਇਨਸਾਨ ਉਹਨੂੰ ਸੁੱਤੇ ਪਏ ਨੂੰ ਬੁਖਾਰ ਚੜ੍ਹ ਜਾਂਦਾ, ਜਦੋਂ ਵੀ ਉਹਨੂੰ ਨੀਂਦ ਆਉਂਦੀ ਹੈ ਜਾਂ ਸੋ ਜਾਂਦਾ ਉਹਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ। ਸਲੀਪਿੰਗ ਸਿਕਨੈਸ ਇੱਕ ਡਿਜ਼ੀਜ਼ ਹੈ। ਇਹ ਕਿਹਦੇ ਕਰਕੇ ਹੁੰਦੀ ਹੈ? ਟ੍ਰਿਪੈਨੋਸੋਮਾ ਗੈਂਬੀਅਨ, ਇਹਦੇ ਕਰਕੇ ਹੁੰਦੀ ਹੈ। ਇਹ ਪ੍ਰੋਟੋਜ਼ੋਨ ਦਾ ਨਾਮ ਹੈ, ਇਹਦੇ ਕਰਕੇ ਸਲੀਪਿੰਗ ਸਿਕਨੈਸ ਹੋ ਜਾਂਦੀ ਹੈ। ਪੈਰਾਸਾਈਟ ਦੀ ਡਾਇਰੈਕਟ ਕਰਦੇ ਹੈ। ਡਾਇਗਰਾਮ ਦਿਖਾਈ ਹੋਈ ਹੈ ਨਾ ਟ੍ਰਿਪੈਨੋਸੋਮਾ ਦੀ। ਆ ਫਲੈਜ਼ੇਲਾ ਦਿਖਾਇਆ, ਫ੍ਰੀ ਫਲੈਜ਼ੇਲਾ। ਨੈਕਸਟ ਹੈ ਸੀਲੀਏਟਿਡ ਪ੍ਰੋਟੋਜ਼ੋਨਸ। ਸੀਲੀਏਟਿਡ ਪ੍ਰੋਟੋਜ਼ੋਨਸ ਦੇ ਵਿੱਚ ਕੀ ਹੈ? ਦੀਜ਼ ਆਰ ਇਕੁਐਟਿਕ ਐਕਟਿਵਲੀ ਮੂਵਿੰਗ ਔਰਗੇਨਿਜ਼ਮ। ਇੱਕ ਤਾਂ ਇਕੁਐਟਿਕ ਹੁੰਦੇ ਮਤਲਬ ਪਾਣੀ ਵਿੱਚ ਰਹਿੰਦੇ ਨੇ। ਐਕਟਿਵਲੀ ਮੂਵਿੰਗ ਔਰਗੇਨਿਜ਼ਮ ਆ ਵੀ ਬਹੁਤ ਐਕਟਿਵਲੀ ਮੂਵ ਕਰਦੇ ਆ ਪਾਣੀ ਦੇ ਵਿੱਚ, ਬਿਕੋਜ਼ ਆਫ ਦੀ ਪ੍ਰੈਜ਼ੈਂਸ ਆਫ, ਹੁਣ ਕਿਉਂ ਐਕਟਿਵਲੀ ਮੂਵ ਕਰਦੇ ਆ? ਪ੍ਰੈਜ਼ੈਂਸ ਆਫ 1000 ਆਫ ਸੀਲੀਆ, ਸੀਲੀਆ ਦੇ ਪ੍ਰੈਜ਼ੈਂਟ ਕਰਕੇ। ਜਿਹੜੀਆਂ ਸਟਰਕਚਰ ਦਿਖ ਰਹੀ ਹੈ ਨਾ ਇੱਧਰ ਕਿਨਾਰਿਆਂ 'ਤੇ, ਆ ਸਾਰੀ ਸਟਰਕਚਰ ਸੀਲੀਆ ਛੋਟੇ ਛੋਟੇ ਦਿਖ ਰਹੇ ਹੋਣੇ ਆ, ਇਹ ਸਾਰੇ ਸੀਲੀਆ ਨੇ। ਇਹਦੇ 'ਚ ਫਲੈਜ਼ੇਲਾ ਨਹੀਂ ਹੁੰਦਾ, ਇਹਦੇ 'ਚ ਸੀਲੀਆ ਦਿਖਾਇਆ ਵੀ ਸੀਲੀਆ ਦੇ ਕਰਕੇ ਮੂਵਮੈਂਟ ਹੁੰਦੀ ਹੈ। ਜਿਹੜੇ ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਅਮੀਬੋਇਡ ਵਾਲੇ, ਅਮੀਬੋਇਡ ਪ੍ਰੋਟੋਜ਼ੋਆ, ਉਹਨਾਂ ਦੇ ਵਿੱਚ ਸੂਡੋਪੋਡੀਆ ਕਰਕੇ ਮੂਵਮੈਂਟ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਪਾਂ ਕਿਹੜੇ ਡਿਸਕਸ ਕੀਤੇ ਨੇ? ਫਲੈਜ਼ੇਲੇਟਿਡ ਪ੍ਰੋਟੋਜ਼ਨ, ਜਿਨ੍ਹਾਂ ਦੇ ਵਿੱਚ ਫਲੈਜ਼ੇਲਾ ਕਰਕੇ ਮੂਵਮੈਂਟ ਹੁੰਦੀ ਆ। ਹੁਣ ਇਹ ਵਾਲੇ ਸੀਲੀਏਟਿਡ, ਜਿਨ੍ਹਾਂ ਵਿੱਚ ਸੀਲੀਆ ਹੁੰਦੇ ਆ, ਸੀਲੀਆ ਕਰਕੇ ਉਹ ਮੂਵ ਕਰਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਾਣੀ ਦੇ ਵਿੱਚ। ਦੇ ਹੈਵ ਅ ਕੈਵਿਟੀ, ਕੈਵਿਟੀ ਦਾ ਨਾਮ ਹੈ ਗਲਟ, ਗੁਲਟ ਹੈ। ਦੇ ਓਪਨ ਟੂ ਦੀ ਆਊਟਸਾਈਡ ਆਫ ਦੀ ਸੈੱਲ ਸਰਫੇਸ, ਸੈੱਲ ਸਰਫੇਸ ਦੇ ਬਾਹਰਲੀ ਸਾਈਡ 'ਤੇ ਆ ਦਿਖਾਈ ਹੋਈ ਹੈ ਇਹਨਾਂ ਨੇ, ਆਹ ਵਾਲੀ ਕੈਵਿਟੀ ਪ੍ਰੈਜ਼ੈਂਟ ਹੁੰਦੀ ਹੈ, ਜਿਹਦੇ ਕਰਕੇ ਬਾਹਰਲੀ ਸਾਈਡ 'ਤੇ ਜਿਹੜਾ ਪਾਣੀ ਹੈ ਜਾਂ ਕੋਈ ਵੀ ਫੂਡ ਮਟੀਰੀਅਲ ਆ ਉਹਨੂੰ ਅੰਦਰ ਲੈ ਕੇ ਜਾ ਸਕਦੀ ਹੈ, ਅੰਦਰ ਉਹਦੀ ਬਾਹਰ ਭੇਜ ਸਕਦੀ ਹੈ। ਦ ਕੋਆਰਡੀਨੇਟਿਡ ਮੂਵਮੈਂਟ ਆਫ ਰॉज ਆਫ ਸੀਲੀਆ ਕੋਜ਼ਿਜ਼ ਦੀ ਵਾਟਰ ਲੇਡਨ ਵਿਦ ਫੂਡ ਟੂ ਬੀ ਸਟੇਅਰਡ ਇਨਟੂ ਦੀ ਗੁਲਟ। ਇਹ ਸੀਲੀਆ ਕਰਕੇ ਫਿਰ ਇਹ ਜਿਹੜੇ ਸੀਲੀਆ ਹੈਲਪ ਕਰਦੇ ਆ, ਜਿਹੜਾ ਵੀ ਫੂਡ ਹੋ ਗਿਆ, ਵਾਟਰ ਹੋ ਗਿਆ, ਉਹਨੂੰ ਮੂਵਮੈਂਟ ਪ੍ਰੋਵਾਈਡ ਕਰਦੇ ਆ, ਉਹਨੂੰ ਡਾਇਰੈਕਸ਼ਨ ਪ੍ਰੋਵਾਈਡ ਕਰਦੇ ਤਾਂ ਕਿ ਉਹ ਗੁਲਟ ਤੱਕ ਪਹੁੰਚ ਸਕੇ। ਇਹਦੀ ਐਗਜ਼ਾਮਪਲ ਹੈ ਪੈਰਾਮੀਸ਼ੀਅਮ। ਕਲੀਅਰ ਹੈ? ਸੀਲੀਏਟਿਡ ਪ੍ਰੋਟੋਜ਼ੋਨ ਦੀ ਐਗਜ਼ਾਮਪਲ ਹੈ ਪੈਰਾਮੀਸ਼ੀਅਮ, ਜਿਨ੍ਹਾਂ ਵਿੱਚ ਸੀਲੀਆ ਹੁੰਦੇ ਆ, ਸੀਲੀਆ ਕਰਕੇ ਮੂਵਮੈਂਟ ਹੁੰਦੀ ਹੈ। ਮੇਨ ਇਹਦੇ ਵਿੱਚ ਗੁਲਟ ਆ। ਗੁਲਟ ਕੀ ਕਰਦਾ? ਇੱਕ ਕੈਵਿਟੀ ਹੁੰਦੀ ਹੈ ਜਿਹਦੇ ਵਿੱਚ ਜਿਹੜੀ ਸੈੱਲ ਸਰਫੇਸ ਦੇ ਵਿੱਚ ਆਊਟਸਾਈਡ ਓਪਨ ਹੁੰਦੀ ਹੈ, ਕੋਈ ਵੀ ਵਾਟਰ ਹੋਵੇ ਜਾਂ ਫਿਰ ਫੂਡ ਹੋਵੇ ਉਹਨੂੰ ਅੰਦਰ ਲੈ ਕੇ ਜਾਣਾ ਜਾਂ ਅੰਦਰੋਂ ਦੀ ਬਾਹਰ ਕੋਈ ਚੀਜ਼ ਕਰਨੀ ਆ, ਉਹ ਇਹਦੇ ਥਰੂ ਹੀ ਹੁੰਦੀ ਹੈ। ਨੈਕਸਟ ਆ ਗਿਆ ਸਪੋਰੋਜ਼ੋਨਸ। ਸਪੋਰੋਜ਼ੋਨਸ ਦਿਸ ਇਨਕਲੂਡਸ ਡਾਈਵਰਸ ਪੈਰਾਸਿਟਿਕ ਔਰਗੇਨਿਜ਼ਮ। ਇਹਦੇ ਵਿੱਚ ਡਾਈਵਰਸ ਪੈਰਾਸਿਟਿਕ ਔਰਗੇਨਿਜ਼ਮਸ ਆਉਂਦੇ ਨੇ। ਹੈਵ ਨੋ ਔਰਗਨ ਫॉर ਲੋਕੋਮੋਸ਼ਨ, ਕੋਈ ਔਰਗਨ ਨਹੀਂ ਹੁੰਦਾ ਲੋਕੋਮੋਸ਼ਨ ਦੇ ਲਈ ਪ੍ਰੋਟੋਜ਼ੋਨਸ ਦੇ ਕੋਲ। ਐਂਡ ਹੈਵ ਐਨ ਇਨਫੈਕਸ਼ੀਅਸ ਸਪੋਰੋਫਿਟਿਕ ਸਟੇਜ। ਸਪੋਰੋਫਿਟਿਕ ਸਟੇਜ ਜਿਹੜੀ ਹੁੰਦੀ ਹੈ ਉਹ ਇਨਫੈਕਸ਼ੀਅਸ ਹੁੰਦੀ ਹੈ। ਦ ਮੋਸਟ ਨੋਟੋਰੀਅਸ ਇਜ਼ ਪਲਾਜ਼ਮੋਡੀਅਮ। ਪਲਾਜ਼ਮੋਡੀਅਮ ਜਿਹਨੂੰ ਮਲੇਰੀਆ ਪੈਰਾਸਾਈਟ ਵੀ ਕਹਿੰਦੇ ਆ। ਜਿਹੜੀ ਮਲੇਰੀਆ ਡਿਜ਼ੀਜ਼ ਤੁਸੀਂ ਸਭ ਨੇ ਸੁਣੀ ਹੋਣੀ ਆ, ਮਲੇਰੀਆ ਮੱਛਰ ਕਰਕੇ ਹੁੰਦਾ, ਪਰ ਮੱਛਰ ਦੇ ਵਿੱਚ ਕੀ ਹੁੰਦੇ ਆ? ਪਲਾਜ਼ਮੋਡੀਅਮ ਹੁੰਦੇ ਆ। ਆ ਜਿਹੜੇ ਸਪੋਰੋਜ਼ੋਨਸ ਹੁੰਦੇ ਆ ਉਹਨਾਂ ਦੇ ਐਗ ਪ੍ਰੋਡਿਊਸ ਹੁੰਦੇ ਆ। ਜਦੋਂ ਫਿਰ ਬਾਈਟ ਕਰਦਾ ਮੱਛਰ
ਕਿਸੇ ਹੈਲਦੀ ਆਰਗੇਨਿਜ਼ਮ ਨੂੰ ਦੇ ਅੰਦਰ ਤਾਂ ਸਪੋਰੋਜਨਸ ਕੀ ਆ ਉਹ ਬਾਈਟ ਦੇ ਥਰੂ ਬਲੱਡ ਦੇ ਵਿੱਚ ਚਲੇ ਜਾਂਦੇ ਨੇ ਤੇ ਫਿਰ ਉੱਥੇ ਮਲਟੀਪਲਾਈ ਕਰਦੇ ਤਾਂ ਜਿਹੜਾ ਵੀ ਪਰਸਨ ਨੂੰ ਉਹਨੇ ਬਾਈਟ ਕੀਤਾ ਮੱਛਰ ਨੇ ਮੋਸਕੀਟੋ ਨੇ ਤਾਂ ਉਹਦੇ ਅੰਦਰ ਮਲੇਰੀਆ ਦਾ ਪੈਰਾਸਾਈਟ ਚਲਾ ਜਾਂਦਾ ਤਾਂ ਮਲੇਰੀਆ ਕੋਜ਼ ਕਰਦਾ ਹੈ। ਵਿਚ ਕੋਜ਼ਿਜ਼ ਮਲੇਰੀਆ ਡਿਜ਼ੀਜ਼ ਵਿਚ ਹੈਜ਼ ਅ ਸਟੈਗਰਿੰਗ ਇਫੈਕਟ। ਸਟੈਗਰਿੰਗ ਮਤਲਬ ਸ਼ੌਕਿੰਗ ਇਫੈਕਟ, ਐਸਟੋਨਿਸ਼ਿੰਗ ਮਤਲਬ ਹੈਰਾਨ ਕਰਨ ਵਾਲਾ ਇਫੈਕਟ ਹੁੰਦਾ ਹਿਊਮਨ ਪੋਪੂਲੇਸ਼ਨ 'ਤੇ। ਆਇਰਨ ਡਾਇਗਰਾਮ ਦਿਖਾਈ ਹੋਈ ਹੈ ਪਲਾਜ਼ਮੋਡੀਅਮ ਮਲੇਰੀਆ ਪੈਰਾਸਾਈਟ ਦੀ। ਕਲੀਅਰ ਆ? ਤਿੰਨੋਂ ਅਸੀਂ ਡਿਸਕਸ ਕਰ ਲਏ। ਹੁਣ ਇੱਥੇ ਪ੍ਰੋਟਿਸਟਾ ਖਤਮ ਹੋ ਗਿਆ, ਪ੍ਰੋਟਿਸਟਾ ਕਿੰਗਡਮ। ਨੈਕਸਟ ਵੀਡੀਓ ਦੇ ਵਿੱਚ ਅਗਲਾ ਡਿਸਕਸ ਕਰਾਂਗੇ। ਵੀਡੀਓ ਕਾਫੀ ਲੰਬੀ ਹੋ ਗਈ, ਫਿਰ ਵੀ ਇਹਦੇ ਕੁਐਸਚਨ ਆਨਸਰ ਥੋੜ੍ਹੇ ਜਿਹੇ ਡਿਸਕਸ ਕਰਦੇ ਹਾਂ। ਮੇ ਬੀ 5-10 ਮਿੰਟਸ ਹੋਰ ਲੱਗ ਜਾਣ। ਧਿਆਨ ਨਾਲ ਦੇਖਣੇ ਆ ਹੁਣ ਕੁਐਸਚਨ ਆਨਸਰ। ਜੇ ਤਾਂ ਤੁਹਾਨੂੰ ਕੁਐਸਚਨ ਦੇ ਆਨਸਰ ਆਉਂਦੇ ਮਤਲਬ ਤੁਸੀਂ ਧਿਆਨ ਨਾਲ ਇਹ ਸਾਰੀ ਵੀਡੀਓ ਦੇਖੀ ਹੈ। ਹੁਣ ਇਹਦੇ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ MCQ। ਪ੍ਰੋਟੋਜਨਸ ਆਰ ਬਲੀਵ ਟੂ ਬੀ ਪ੍ਰੀਮਿਟਿਵ ਰਿਐਲੇਟਿਵ। ਜਿਹੜੇ ਪ੍ਰੋਟੋਜਨਸ ਆ ਉਹਨਾਂ ਨੂੰ ਬਲੀਵ ਕੀਤਾ ਜਾਂਦਾ ਵੀ ਪ੍ਰੀਮਿਟਿਵ ਰਿਐਲੇਟਿਵਸ ਆਫ ਕਿਹਦੇ ਨੇ? ਐਨੀਮਲਸ ਦੇ ਨੇ। ਮੂਵਮੈਂਟ ਆਫ ਸੀਲੀਆ ਬ੍ਰਿੰਗਸ ਫੂਡ ਟੂਵਰਡਸ ਗੁਲੇਟ ਇਨ। ਸੀਲੀਆ ਕਹਿੰਦੇ ਆ, ਸੀਲੀਆ ਦੇ ਨਾਲ ਗੁਲੇਟ ਦੇ ਹੁਣੇ ਆਪਾਂ ਪੜ੍ਹ ਚੁੱਕੇ ਹਾਂ ਪੈਰਾਮੀਸ਼ੀਅਮ ਦੇ ਵਿੱਚ ਹੁੰਦਾ ਹੈ। Naked cytoplasm, multinucleated and saprophytic are the characteristics of। saprophytic ਆਪਾਂ ਪੜ੍ਹ ਚੁੱਕੇ ਹਾਂ ਕਿਹੜੇ ਸ਼ੋ ਕਰਦੇ ਨੇ? slime mold। These unicellular eukaryotes are photosynthetic in the presence of sunlight। ਕਹਿੰਦੇ ਕਿ ਜਿਹੜੇ ਯੂਨੀਸੈਲੂਲਰ ਯੂਕੈਰੀਓਟਸ ਆ ਫੋਟੋਸਿੰਥੈਟਿਕ ਹੁੰਦੇ ਸਿਰਫ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ। ਕਿਹਦੇ 'ਚ ਪੜਿਆ ਹੈ? ਯੂਗਲੀਨੋਇਡਸ ਦੇ ਵਿੱਚ। These form spore during unfavorable condition। ਅਨਫੇਵਰੇਬਲ ਕੰਡੀਸ਼ਨ ਦੇ ਵਿੱਚ ਸਪੋਰ ਬਣਾਉਂਦੇ ਨੇ ਸਲਾਈਮ ਮੋਲਡ। ਜਿਹੜੀ ਯੈਲੋ ਜੀ ਸਟਰਕਚਰ ਦੇਖੀ ਸੀ ਨਾ ਸਲਾਈਮ ਮੋਲਡ ਵਾਲੀ, ਉਹ ਹੈ। ਫਿਲਪਸ ਨੇ ਅ ਪ੍ਰੋਟੀਨ ਰਿਚ ਲੇਅਰ ਵਿਚ ਮੇਕਸ ਜੁਗਲੀਨੋਇਡ ਫਲੈਕਸੀਬਲ। ਇੱਕ ਪ੍ਰੋਟੀਨ ਰਿਚ ਲੇਅਰ ਪ੍ਰੈਜ਼ੈਂਟ ਹੁੰਦੀ ਹੈ ਜੁਗਲੀਨੋਇਡਸ ਦੇ ਬਾਹਰਲੀ ਸਾਈਡ 'ਤੇ ਤਾਂ ਕਿ ਉਹ ਫਲੈਕਸੀਬਲ ਹੋ ਸਕਣ, ਈਜ਼ਲੀ ਮੂਵ ਕਰ ਸਕਣ। ਉਹ ਲੇਅਰ ਦਾ ਨਾਮ ਦੱਸਣਾ ਕੀ ਹੈ? ਤੁਸੀਂ ਇੱਥੇ ਲਿਖ ਦੇਣਾ ਪੈਲੀਕਲ। ਪੈਲੀਕਲ ਨੇਮ ਹੈ ਉਹਦਾ। ਅਮੀਬਾ ਮੂਵ ਵਿਦ ਦੀ ਹੈਲਪ ਆਫ ਡੈਸ਼। ਅਮੀਬਾ ਮੂਵ ਵਿਦ ਦੀ ਹੈਲਪ ਆਫ ਸੂਡੋਪੋਡੀਆ। ਇੱਥੇ ਸੂਡੋਪੋਡੀਆ ਲਿਖ ਦੇਣਾ। ਉਹ ਵੀ ਪੀ ਤੋਂ ਸ਼ੁਰੂ ਹੁੰਦਾ ਪਰ ਬੋਲਦੇ ਆਪਾਂ ਇਸ ਤੋਂ, ਸੂਡੋਪੋਡੀਆ। ਟਰੂ ਫਾਲਸ? ਪੈਰਾਮੀਸ਼ੀਅਮ ਮੂਵ ਵਿਦ ਦੀ ਹੈਲਪ ਆਫ ਫਲੈਜ਼ੇਲਾ। ਪੈਰਾਮੀਸ਼ੀਅਮ ਕਹਿੰਦੇ ਫਲੈਜ਼ੇਲਾ ਦੇ ਨਾਲ ਮੂਵ ਕਰਦਾ, ਰੋਂਗ। ਸੀਲੀਆ ਦੇ ਨਾਲ ਮੂਵ ਕਰਦਾ ਉਹ, ਇਹ ਫਾਲਸ ਹੋਏਗਾ। ਪਲਾਜ਼ਮੋਡੀਅਮ ਕੋਜ਼ਿਜ਼ ਮਲੇਰੀਆ ਇਨ ਹਿਊਮਨਸ। ਪਲਾਜ਼ਮੋਡੀਅਮ ਕਹਿੰਦੇ ਕਿ ਹਿਊਮਨਸ ਦੇ ਵਿੱਚ ਮਲੇਰੀਆ ਕੋਜ਼ ਕਰਦਾ, ਯੈਸ ਟਰੂ। ਫਲੈਜ਼ੇਲੇਟਿਡ ਪ੍ਰੋਟੋਜ਼ੋਨਸ ਆਰ ਆਈਦਰ ਫ੍ਰੀ ਲਿਵਿੰਗ ਔਰ ਪੈਰਾਸਿਟਿਕ। ਜਿਹੜੇ ਫਲੈਜ਼ੇਲੇਟਿਡ ਪ੍ਰੋਟੋਜ਼ੋਨਸ ਨੇ ਜਾਂ ਤਾਂ ਕਹਿੰਦੇ ਫ੍ਰੀ ਲਿਵਿੰਗ ਹੋਣਗੇ ਜਾਂ ਪੈਰਾਸਿਟਿਕ ਹੋਣਗੇ। ਹੁਣੇ ਆਪਾਂ ਲਾਈਨ ਪੂਰੀ ਪੜ੍ਹੀ ਹੈ ਇਸ ਕਰਕੇ ਟਰੂ ਹੈ। ਕਲੀਅਰ? ਆਨਸਰ ਚੈੱਕ ਕਰ ਲਿਓ, ਸੇਮ ਹੋਣਗੇ। ਹੁਣ ਇਹਦੇ ਵਿੱਚ ਕੁਐਸਚਨ ਦਿੱਤੇ ਨੇ ਸ਼ੋਰਟ ਆਨਸਰ ਟਾਈਪ ਕੁਐਸਚਨਸ। ਹਾਊ ਸਲਾਈਮ ਮੋਲਡ ਸਰਪਾਸ ਅਨਫੇਵਰੇਬਲ ਕੰਡੀਸ਼ਨਸ। ਅਨਫੇਵਰੇਬਲ ਕੰਡੀਸ਼ਨਸ ਨੂੰ ਸਲਾਈਮ ਮੋਲਡ ਕਿਸ ਤਰ੍ਹਾਂ ਓਵਰਕਮ ਕਰਦੇ ਨੇ ਇਹ ਦੱਸਣਾ। ਸਾਨੂੰ ਪਤਾ ਹੈ ਕਿ ਜਿਹੜੇ ਸਲਾਈਮ ਮੋਲਡਸ ਨੇ, ਜਿਹੜਾ ਪਲਾਜ਼ਮੋਡੀਅਮ ਹੁੰਦਾ ਡਿਫਰੈਂਸ਼ੀਏਟ ਹੋ ਜਾਂਦਾ ਫਰੂਟਿੰਗ ਬੋਡੀਜ਼ ਜਿਨ੍ਹਾਂ ਨੂੰ ਸਪੋਰਸ ਕਹਿੰਦੇ ਆ। ਉਹ ਸਪੋਰਸ ਦੇ ਵਿੱਚ ਇੱਕ ਟਫ ਵਾਲ ਬਣੀ ਹੁੰਦੀ ਹੈ ਜਿਹੜੀ ਐਡਵਰਸ ਕੰਡੀਸ਼ਨ ਦੇ ਲਈ ਰਜਿਸਟੈਂਟ ਹੁੰਦੀ ਹੈ ਅਤੇ ਜਿਹਦੇ ਕਰਕੇ ਉਹ ਕਿੰਨੇ ਸਾਲ ਤੱਕ ਸਰਵਾਈਵ ਕਰ ਸਕਦੇ ਆ। ਇਹ ਉੱਪਰ ਦਿੱਤਾ ਹੋਇਆ, ਤੁਸੀਂ ਉਹ ਸੇਮ ਲਾਈਨ ਲਿਖ ਦੇਣੀ ਹੈ। ਹਾਊ ਅਮੀਬਾ ਓਬਟੇਨ ਦੇਅਰ ਫੂਡ। ਦੂਸਰਾ ਕੁਐਸਚਨ ਪੁੱਛਿਆ ਇਹਨਾਂ ਨੇ, ਹਾਊ ਅਮੀਬਾ ਓਬਟੇਨ ਦੇਅਰ ਫੂਡ। ਅਮੀਬਾ ਓਬਟੇਨ ਦੇਅਰ ਫੂਡ ਵਿਦ ਦੀ ਹੈਲਪ ਆਫ ਸੂਡੋਪੋਡੀਆ। ਸੂਡੋਪੋਡੀਆ ਦੇ ਨਾਲ ਉਹ ਫੂਡ ਨੂੰ ਓਬਟੇਨ ਕਰਦਾ। ਰਾਈਟ ਅ ਸ਼ੋਰਟ ਨੋਟ ਸੀਲੀਏਟਿਡ ਪ੍ਰੋਟੋਜ਼ਨ। ਸੀਲੀਏਟਿਡ ਪ੍ਰੋਟੋਜ਼ਨਸ 'ਤੇ ਨੋਟ ਲਿਖਣਾ। ਪਿੱਛੇ ਜੋ ਜਿੰਨਾ ਵੀ ਲਿਖਿਆ ਤੁਸੀਂ ਉਹ ਸਾਰਾ ਸੀਲੀਏਟਿਡ ਪ੍ਰੋਟੋਜ਼ਨਸ ਦੇ ਵਿੱਚ ਲਿਖ ਦੇਣਾ। ਇਹਦੀ ਐਗਜ਼ਾਮਪਲ ਕੀ ਹੈ? ਸੀਲੀਆ ਕਿਹਦੇ ਵਿੱਚ ਹੁੰਦਾ? ਪੈਰਾਮੀਸ਼ੀਅਮ ਦੇ ਵਿੱਚ। ਕਲੀਅਰ? ਇਹ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ, ਸਮਝਣਾ ਅਤੇ ਜਿੰਨੇ ਵੀ ਕੁਐਸਚਨ ਆਨਸਰਸ ਨੇ ਇਹਨਾਂ ਨੂੰ ਆਪਣੀ ਕਾਪੀਜ਼ 'ਤੇ ਨੋਟ ਡਾਊਨ ਕਰ ਲੈਣਾ। ਥੈਂਕ ਯੂ।